उस बांके नौजवान दी है जो कल भी 23 साला गभरू सी, अज भी 23 साला गभरू है ते कल नूं भी 23 साला गभरू ही होएगा। अजोके पंजाब के जिला तरनतारन के पिंड नारली तो उठ के खटखड़ कलां आए ते फिर लैंदे पंजाब के जिला लायलपुर तहसील जड़ांवाला के पिंड पंगा ਚੱਕ नंबर 105 विचले उस घर तो जिथे पिता सरदार किशन सिंह ते माता श्रीमती विद्या देवी के घर 28 सितंबर 1907 ਨੂੰ सच का सूरज चढ़िया, जिसका नां रखा गया भगत सिंह। जिवें किसान दे पुੱਤ ਨੂੰ ਵਿਰਸੇ ਵਿੱਚ ਜ਼ਮੀਨ ਤੇ ਘਰ ਦੇ ਵਾਤਾਵਰਣ ਵਿੱਚ ਥਾਂ-ਥਾਂ ਤੇ ਖੇਤੀਬਾੜੀ ਨਾਲ ਸੰਬੰਧਿਤ ਮਾਹੌਲ ਦੀ ਖੁਸ਼ਬੂ ਮਿਲਦੀ ਹੈ, ਉਵੇਂ ਹੀ ਇਸ ਕਿਸਾਨ ਦੇ ਪੁੱਤ ਨੂੰ ਵਿਰਸੇ ਵਿੱਚ ਆਜ਼ਾਦੀ ਦੀ ਤਾਂਘ ਤੇ ਘਰ ਦੇ ਵਾਤਾਵਰਣ ਵਿੱਚ ਖਿਲਰੀ ਆਜ਼ਾਦੀ ਦੇ ਸੰਘਰਸ਼ ਦੀ ਖੁਸ਼ਬੂ ਮਿਲੀ, ਜਿਸ ਦੇ ਪਿੱਛੇ ਲੱਗ ਕੇ ਭਗਤ ਨੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਘਰ ਵਿੱਚ ਦੇਸ਼ ਭਗਤੀ ਦਾ ਮਾਹੌਲ ਸੀ। ਚਾਚਾ ਅਜੀਤ ਸਿੰਘ ਪਹਿਲਾਂ ਹੀ ਇਸ ਰਾਹ ਦੇ ਪਾਂਧੀ ਸਨ ਤੇ ਚਾਚਾ ਸਰਵਨ ਸਿੰਘ ਚੜ੍ਹਦੀ ਜਵਾਨੀ ਦੀ ਰੁੱਤੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਸਨ। ਇੱਕ ਪਾਸੇ ਵਿਧਵਾ ਚਾਚੀ, ਦੂਜੇ ਪਾਸੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਘਰੋਂ ਬੇਘਰ ਹੋਏ ਪਤੀ ਨੂੰ ਉਡੀਕਦੀਆਂ ਅੱਖਾਂ ਵਾਲੀ ਚਾਚੀ ਤੇ ਤੀਜੀ ਆਪਣੀ ਮਾਂ। ਤਿੰਨੇ ਮਾਵਾਂ ਦਾ ਦੁਲਾਰ, ਪਿਓ ਦੀਆਂ ਅੱਖੀਆਂ ਦਾ ਤਾਰਾ। ਭਗਤ ਵੀ ਵਿਰਸੇ ਵਿੱਚ ਮਿਲੀ ਦੇਸ਼ ਭਗਤੀ ਦੀ ਫਸਲ ਨੂੰ ਲੈ ਲਹਾਉਣ ਦੇ ਰਾਹ ਤੇ ਤੁਰ ਪਿਆ, ਬਹੁਤ ਨਿੱਕੀ ਉਮਰੇ। ਕੀ ਕਰ ਰਿਹਾ ਪੁੱਤਰਾ? ਪਿਤਾ ਜੀ ਬੰਦੂਕਾਂ ਬੀਜ ਰਿਹਾ। ਹੈਂ, ਬੰਦੂਕਾਂ? ਹਾਂ, ਜਦ ਇਹ ਉਗਾਈਆਂ ਤਾਂ ਮੈਂ ਆਪਣੇ ਦੇਸ਼ ਚੋਂ ਗੋਰਿਆਂ ਨੂੰ ਬਾਹਰ ਕੱਢ ਦੇਵਾਂਗਾ ਅਤੇ ਭਾਰਤ ਮਾਂ ਆਜ਼ਾਦ ਹੋ ਜਾਵੇਗੀ। ਸ਼ਾਬਾਸ਼ ਪੁੱਤਰਾ। ਭਗਤ ਨੂੰ ਨਿੱਕੀ ਉਮਰੇ ਲੱਗੀ ਆਜ਼ਾਦੀ ਦੀ ਤਾਂਘ ਉਸ ਨੂੰ ਜਲਿਆਂਵਾਲਾ ਬਾਗ ਵੀ ਲੈ ਗਈ, ਜਿੱਥੇ ਉਸਨੇ ਡਾਇਰ ਦੀਆਂ ਗੋਲੀਆਂ ਨਾਲ ਲਾਲ ਰੰਗੀ ਧਰਤੀ ਦੀ ਮਿੱਟੀ ਸ਼ੀਸ਼ੀ 'ਚ ਪਾ ਕੇ ਘਰ ਲਿਆਂਦੀ, ਤਾਂ ਕਿ ਉਸ ਨੂੰ ਵੇਖ ਕੇ ਉਹ ਵੀ ਆਪਣੇ ਹੀਰੋ ਕਰਤਾਰ ਸਿੰਘ ਸਰਾਭਾ ਦੇ ਰਾਹਾਂ ਨੂੰ ਰੌਸ਼ਨ ਕਰੇ। ਕਰਤਾਰ ਸਿੰਘ ਸਰਾਭਾ, ਜਿਸ ਦੀ ਫੋਟੋ ਉਸ ਦੀ ਜੇਬ ਵਿੱਚ ਹੁੰਦੀ ਸੀ ਤੇ ਜਿਸ ਦੇ ਬੋਲ ਭਗਤ ਸਿੰਘ ਦੀ ਜ਼ੁਬਾਨ ਤੇ ਹੁੰਦੇ। सेवा देश दी जिंदड़ीए बड़ी औखी गल्लां करनियां ढेर सुखलियां ने। जिन्हां देश सेवा विच पैर पाया उन्हां लख मुसीबतां झल्लियां ने, उन्हां लख मुसीबतां झल्लियां ने। भगत सिंह दी जीवन कथा निराली भी है ते मिसाली भी। उस दे दादा सरदार अर्जन सिंह स्वामी दयानंद दी हिंदू समाज सुधारक लहर के समर्थक सन। इस लिए उन्होंने भगत सिंह ਨੂੰ DAV हाई स्कूल लाहौर विखे पढ़ने ला दिता सी। लेकिन जिस उम्रे स्कूली बच्चे खेडां खेडते ने, उदों भगत सिंह वड्डियां खेडां खेडण लग पिया। जदों उसके दादा जी अपने जद्दी पिंड खटखड़ कलां आए हुए सन, तां उदों 6वीं जमात विच पढ़दा भगत सिंह 22 जुलाई 1918 ਨੂੰ खत लिख के एक पासे अपनी पढ़ाई दीयां प्राप्तियां दसदा है। पूजनिक बाबा जी नमस्ते। बेनती यह है कि खत तुहाडा मिलिया, पढ़ के दिल नूं खुशी हासिल हुई। इम्तिहान बारे यह है कि पहला इस वास्ते नहीं लिखिया सी, सानू दसिया नहीं सी। हुण सानू अंग्रेजी अते संस्कृत दा नतीजा दसिया है, उस विच मैं पास हाँ। किसी तरह दा फिक्र ना करना। बाकी नहीं दसिया अते छुट्टियां 8 अगस्त नूं पहली छुट्टी होवेगी। तुसी कदों आओगे? लिखना तुहाडा ताबेदार भगत सिंह। ਦੂਜੇ ਪਾਸੇ 10ਵੀਂ ਵਿੱਚ ਪੜ੍ਹਦਿਆਂ ਉਹਦੇ ਭਰਾ ਜਗਤ ਸਿੰਘ ਦੀ ਛੋਟੀ ਉਮਰ ਵਿੱਚ ਹੋਈ ਮੌਤ ਦੇ ਕਾਰਨ ਘਰ ਵਿੱਚ ਵੱਡਾ ਹੋਣ ਕਰਕੇ ਵਿਆਹ ਦੀ ਗੱਲ ਚੱਲੀ ਤਾਂ ਭਗਤ ਸਿੰਘ ਘਰੋਂ ਭੱਜ ਕੇ ਕਾਨਪੁਰ ਚਲਾ ਗਿਆ ਤੇ ਇੱਕ ਚਿੱਠੀ ਆਪਣੇ ਪਿਤਾ सरदार किशन सिंह के नाम छड़ गया। जनीक पिताजी नमस्ते।
ਮੇਰੀ ਜ਼ਿੰਦਗੀ ਮਹਾਨ ਮਕਸਦ ਭਾਵ ਭਾਰਤ ਦੀ ਆਜ਼ਾਦੀ ਦੇ ਅਸੂਲ ਤੇ ਲਿਖੇ ਲੱਗ ਚੁੱਕੀ। ਇਸ ਲਈ ਮੇਰੀ ਜ਼ਿੰਦਗੀ ਦੇ ਵਿੱਚ ਆਰਾਮ ਤੇ ਦੁਨਿਆਵੀ ਖੁਆਇਸ਼ਾਂ ਵਾਸਤੇ ਕੋਈ ਖਿੱਚ ਨਹੀਂ। ਤੁਹਾਨੂੰ ਯਾਦ ਹੋਵੇਗਾ ਜਦ ਮੈਂ ਨਿੱਕਾ ਹੁੰਦਾ ਸੀ ਤੇ ਬਾਪੂ ਜੀ ਨੇ ਮੇਰੇ ਯਗੋ ਪਵੀਤ ਵੇਲੇ ਐਲਾਨ ਕੀਤਾ ਸੀ ਕਿ ਮੈਨੂੰ ਦੇਸ਼ ਦੀ ਸੇਵਾ ਦੇ ਲਿਖੇ ਲਾ ਦਿੱਤਾ ਗਿਆ। ਸੋ ਮੈਂ ਉਸ ਵੇਲੇ ਦੀ ਪ੍ਰਤਿੱਗਿਆ ਪੂਰੀ ਕਰ ਰਿਹਾ ਹਾਂ। ਆਸ ਹੈ ਤੁਸੀਂ ਮੈਨੂੰ ਮਾਫ ਕਰੋਗੇ। ਤੁਹਾਡਾ ਭਗਤ ਸਿੰਘ। ਫਿਰ ਇੱਕ ਵਾਰ ਘਰੋਂ ਗਏ ਭਗਤ ਲਈ ਅੱਗੇ ਰਾਹਾਂ ਹੀ ਰਾਹਾਂ ਸਨ। ਉਸ ਵੱਲੋਂ ਪਹਿਲੀ ਵਾਰ ਵਰਤੇ ਗਏ ਸ਼ਬਦ ਇਨਕਲਾਬ ਜ਼ਿੰਦਾਬਾਦ ਵਾਲੀਆਂ ਰਾਹਾਂ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। 16ਵੇਂ ਤੋਂ 23 ਵਰ੍ਹੇ ਤੱਕ ਦੀ ਮਹਿਜ਼ 7 ਸਾਲਾ ਯਾਤਰਾ ਦੌਰਾਨ 7 ਜਨਮਾਂ ਜਿੰਨਾ ਕੰਮ ਕਰਨ ਦੇ ਜਨੂੰਨ ਦਾ ਦੂਜਾ ਨਾਂ ਬਣਿਆ ਭਗਤ ਸਿੰਘ। ਦੇਸ਼ ਭਗਤੀ ਦੀ ਲਗਨ ਤੇ ਦੇਸ਼ ਲਈ ਆਖਰੀ ਸਾਹਾਂ ਤੱਕ ਕੁਰਬਾਨ ਹੋਣ ਦੀ ਚਾਹ ਨੇ ਭਗਤ ਸਿੰਘ ਨੂੰ ਆਪਣੇ ਵਰਗੇ ਹੋਰ ਜੁਝਾਰੂ ਸਾਥੀਆਂ ਨਾਲ ਮਿਲਾ ਦਿੱਤਾ ਤੇ ਘਟਨਾਵਾਂ ਤੇਜ਼ੀ ਨਾਲ ਬਦਲਣ ਲੱਗੀਆਂ। 1923 ਵਿੱਚ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਦਾ ਵਿਦਿਆਰਥੀ ਬਣਿਆ, ਜਿੱਥੇ ਉਹ ਕਾਲਜ ਦੇ ਡਰਾਮਾ ਕਲੱਬ ਦਾ ਮੈਂਬਰ ਵੀ ਬਣਿਆ। ਭਗਤ ਸਿੰਘ ਦੀ ਪ੍ਰਸਿੱਧ ਤੁਰਲੇ ਵਾਲੀ ਪੱਗ ਉਸ ਵੱਲੋਂ ਇੱਕ ਨਾਟਕ ਵਿੱਚ ਨਿਭਾਏ ਗਏ ਪਾਤਰ ਵਜੋਂ ਪਹਿਨੀ ਗਈ ਸੀ, ਜੋ ਹੁਣ ਉਸ ਦੇ ਨਾਇਕਤਵ ਦਾ ਅਹਿਮ ਭਾਗ ਬਣ ਗਈ ਹੈ ਤੇ ਉਹਦੇ ਨਾਂ ਨਾਲ ਜੁੜ ਗਈ ਹੈ। ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਬਣਾਈ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣਨ ਦੇ ਨਾਲ ਹੀ ਉਸ ਦੀ ਮੁਲਾਕਾਤ ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਨਾਲ ਹੋਈ। ਇਨ੍ਹਾਂ ਨੌਜਵਾਨਾਂ ਦਾ ਰਾਹ ਅੰਗਰੇਜ਼ਾਂ ਦੇ ਖਿਲਾਫ ਦੇਸ਼ ਵਿੱਚ ਚੱਲ ਰਹੇ ਸ਼ਾਂਤਮਈ ਸੰਘਰਸ਼ ਤੋਂ ਵੱਖਰਾ ਸੀ ਤੇ ਭਗਤ ਸਿੰਘ ਇਸ ਗਰਮਦਲੀ ਸ਼ਿਰਾਜ਼ੇ ਦੀਆਂ ਮੋਹਰਲੀਆਂ ਸਫ਼ਾਂ ਵਿੱਚ ਕਾਰਜਸ਼ੀਲ ਸੀ। ਸਿੱਟੇ ਵਜੋਂ ਲਾਹੌਰ ਬੰਬ ਧਮਾਕੇ ਦੇ ਦੋਸ਼ ਵਿੱਚ 29 ਜੁਲਾਈ 1927 ਨੂੰ ਲਾਹੌਰ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਹੋਏ ਤੇ 15 ਦਿਨ ਬਾਅਦ 60,000 ਦੀ ਗਰੰਟੀ ਨਾਲ ਬਰੀ ਹੋਇਆ। ਜੇ ਇੱਕ ਪਾਸੇ ਭਗਤ ਸਿੰਘ ਪ੍ਰਚਲਿਤ ਲੋਕ ਵਾਕ ਦੇ ਮੁਤਾਬਿਕ ਤਨ ਮਨ ਧਨ ਨਾਲ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦਿਆ ਹੋਇਆ ਸੀ, ਇੱਕ ਪਾਸੇ ਉਹ ਗੱਲ-ਗੱਲ ਤੱਕ ਇਨਕਲਾਬੀ ਸਰਗਰਮੀਆਂ ਵਿੱਚ ਡੁੱਬਿਆ ਰਹਿੰਦਾ, ਦੂਜੇ ਪਾਸੇ ਆਪਣੇ ਬੋਲਾਂ ਦੇ ਜ਼ੋਰ ਨਾਲ ਇਨਕਲਾਬ ਦਾ ਪਰਚਮ ਲਹਿਰਾਉਂਦਾ ਤੇ ਤੀਜੇ ਪਾਸੇ ਕਿਰਤੀ ਤੇ ਵੀਰ ਅਰਜੁਨ ਜੈ ਅਖਬਾਰੀ ਰਸਾਲਿਆਂ ਲਈ ਲਿਖੇ ਆਪਣੇ ਲੇਖਾਂ ਰਾਹੀਂ ਆਪਣੀ ਕਲਮ ਦੀ ਕਰਾਮਾਤ ਵਿਖਾਉਂਦਾ। ਅੱਜ ਉਸ ਦੀਆਂ ਮੈਂ ਨਾਸਤਕ ਕਿਉਂ ਵਰਗੀਆਂ ਪ੍ਰਸਿੱਧ ਲਿਖਤਾਂ ਉਸੇ ਦੌਰ ਦੀ ਉਪਜ ਨੇ। ਫਿਰ 30 ਅਕਤੂਬਰ 1928 ਦਾ ਉਹ ਇਤਿਹਾਸਿਕ ਦਿਨ ਆਇਆ ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਤੇ ਸਾਈਮਨ ਕਮਿਸ਼ਨ ਗੋ ਬੈਕ ਦੀ ਗੂੰਜ ਫਿਜ਼ਾ ਵਿੱਚ ਫੈਲ ਗਈ। ਗੋਰੀ ਪੁਲਿਸ ਦੀਆਂ ਲਾਠੀਆਂ ਨਾਲ ਜ਼ਖਮੀ ਹੋ ਕੇ ਲਾਲਾ ਲਾਜਪਤ ਰਾਏ ਫੌਤ ਹੋ ਗਏ। ਤੇ ਉਹਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਸਾਥੀਆਂ ਨੇ ਸਕਾਟ ਦੇ ਭੁਲੇਖੇ ਸਾਂਡਰਸ ਨੂੰ ਮਾਰ ਦਿੱਤਾ। ਦਸੰਬਰ 1928 ਨੂੰ ਭਗਤ ਸਿੰਘ ਆਪਣੇ ਇਨਕਲਾਬੀ ਸਾਥੀ ਭਗਵਤੀ ਚਰਨ ਵੋਹਰਾ ਦੀ ਪਤਨੀ ਤੇ ਇਨਕਲਾਬੀਆਂ ਦੀ ਸਤਕਾਰਤ ਦੁਰਗਾ ਭਾਬੀ ਸਮੇਤ ਭੇਸ ਵਟਾ ਕੇ ਲਾਹੌਰ ਤੋਂ ਬਰਾਸਤਾ ਲਖਨਊ ਕਲਕੱਤਾ ਚਲਾ ਗਿਆ। ਫੇਰ ਆਈ ਉਹ ਘੜੀ ਜਦੋਂ ਅੰਗਰੇਜ਼ ਸਰਕਾਰ ਦੇ ਬੋਲੇ ਕੰਨਾਂ ਵਿੱਚ ਆਵਾਜ਼ ਪਹੁੰਚਾਉਣੀ ਜ਼ਰੂਰੀ ਹੋ ਗਈ। ਭਗਤ ਸਿੰਘ ਨੇ ਫਰਾਂਸ ਦੇ ਚੈਂਬਰ ਆਫ ਡਿਪਟੀਜ਼ ਵਿੱਚ ਬੰਬ ਸੁੱਟਣ ਵਾਲੇ ਅਗਸਤੇ ਦੇ ਪ੍ਰਭਾਵ ਅਧੀਨ ਆਪਣੇ ਸਭ ਤੋਂ ਨੇੜਲੇ ਦੋਸਤ ਬਟੁਕੇਸ਼ਵਰ ਦੱਤ ਨਾਲ ਮਿਲ ਕੇ 8 ਅਪ੍ਰੈਲ 1929 ਨੂੰ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ ਬੰਬ ਸੁੱਟਿਆ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਕੋਈ ਵਕੀਲ ਪ੍ਰਵਾਨ ਨਹੀਂ ਕੀਤਾ ਤੇ 12 ਜੂਨ 1929 ਨੂੰ ਉਮਰ ਕੈਦ ਦੀ ਸਜ਼ਾ ਹੋਈ
15 ਅਪ੍ਰੈਲ 1929 ਨੂੰ ਸੁਖਦੇਵ ਕਿਸ਼ੋਰੀ ਲਾਲ ਤੇ ਜੈ ਗੋਪਾਲ ਨੂੰ ਬੰਬ ਬਣਾਉਣ ਦੀ ਫੈਕਟਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਭਗਤ ਸਿੰਘ ਤੇ ਸਾਥੀਆਂ ਨੇ ਭਾਰਤੀ ਤੇ ਵਿਦੇਸ਼ੀ ਕੈਦੀਆਂ ਨਾਲ ਹੋ ਰਹੇ ਵਿਤਕਰੇ ਦੇ ਖਿਲਾਫ ਸੈਂਟਰਲ ਜੇਲ੍ਹ ਮੀਆਂਵਾਲੀ ਵਿੱਚ ਭੁੱਖ ਹੜਤਾਲ ਕਰ ਦਿੱਤੀ। ਸਿੱਟੇ ਵਜੋਂ 13 ਦਸੰਬਰ 1929 ਨੂੰ ਜਤਿੰਦਰ ਨਾਥ ਦਾਸ ਦੀ ਮੌਤ ਹੋ ਗਈ। 7 ਅਕਤੂਬਰ 1930 ਨੂੰ ਟ੍ਰਿਬਿਊਨਲ ਵੱਲੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਗਈ। 1929 ਤੋਂ 1931 ਤੱਕ ਜੇਲ੍ਹ ਵਿੱਚ ਬਿਤਾਇਆ ਭਗਤ ਸਿੰਘ ਦਾ ਜੀਵਨ ਵਿਚਾਰ ਤੋਂ ਵਿਚਾਰਧਾਰਾ ਤੱਕ ਦੀ ਯਾਤਰਾ ਸੀ। ਇਹੀ ਉਹ ਸਮਾਂ ਸੀ ਜਦੋਂ ਭਗਤ ਸਿੰਘ ਸਮਾਜਵਾਦ ਦੇ ਡੂੰਘੇ ਪਾਣੀਆਂ ਦਾ ਤਾਰੂ ਬਣਿਆ। ਇਸ ਸਮੇਂ ਦੌਰਾਨ ਉਸ ਵੱਲੋਂ ਪੜ੍ਹੀਆਂ ਕਿਤਾਬਾਂ, ਉਸ ਦੀ ਜੇਲ੍ਹ ਡਾਇਰੀ ਤੇ ਆਖਰੀ ਸਮੇਂ ਫਾਂਸੀ ਦੇ ਤਖਤੇ ਤੇ ਜਾਣ ਤੋਂ ਫੌਰਨ ਪਹਿਲਾਂ ਲੈਨਿਨ ਦੀ ਜੀਵਨੀ ਦੇ ਪੜ੍ਹੇ ਜਾ ਰਹੇ ਪੰਨੇ ਬਾਰੇ ਜੇ ਇੱਕ ਸਤਰ ਵਿੱਚ ਕਹਿਣਾ ਹੋਵੇ ਤੇ ਇਹੋ ਕਿਹਾ ਜਾ ਸਕਦਾ ਹੈ, ਭਗਤ ਸਿੰਘ ਜੇਲ੍ਹ ਦੇ ਅੰਦਰ ਰਿਹਾ ਪਰ ਉਸ ਦੀ ਵਿਚਾਰਧਾਰਾ ਜੇਲ੍ਹ ਤੋਂ ਬਾਹਰ ਆਈ, ਜੋ ਅੱਜ 8 ਦਹਾਕੇ ਟੱਪ ਕੇ ਵੀ ਫਿਜ਼ਾ ਵਿੱਚ ਫੈਲੀ ਹੋਈ ਹੈ। ਤੇਈ ਮਾਰਚ 1931 ਤੋਂ ਲੈ ਕੇ ਹੁਣ ਤੱਕ ਭਗਤ ਸਿੰਘ ਸ਼ਹੀਦ ਬਣ ਕੇ ਵਕਤ ਦੇ ਪੰਨਿਆਂ ਤੇ ਫੈਲਿਆ ਹੋਇਆ ਹੈ ਤੇ ਅਸੀਂ ਉਹਨਾਂ ਪੰਨਿਆਂ ਨੂੰ ਪੜ੍ਹ ਰਹੇ ਹਾਂ। ਇੱਕ ਪਾਸੇ ਇਹ ਪੰਨੇ ਉਸ ਦੇ ਜੱਦੀ ਪਿੰਡ ਖਟਕੜ ਕਲਾਂ ਵਿਚਲੇ ਉਸ ਮਿਊਜ਼ੀਅਮ ਦੇ ਰੂਪ ਵਿੱਚ ਪੜ੍ਹੇ ਜਾ ਰਹੇ ਨੇ। ਜਿੱਥੇ ਪਈਆਂ ਵਸਤਾਂ ਆਪਣੇ ਮੂੰਹੋਂ ਬੋਲ ਕੇ ਭਗਤ ਸਿੰਘ ਦੀ ਗਾਥਾ ਸੁਣਾਉਂਦੀਆਂ ਨੇ। ਦੂਜੇ ਪਾਸੇ ਭਗਤ ਸਿੰਘ ਨੂੰ ਸਿਮਰਨ ਤੇ ਸਨਮਾਨਣ ਵਾਲਾ ਪੰਨਾ ਕਈ ਰੰਗਾਂ ਵਿੱਚ ਬਦਲ ਗਿਆ। ਖਟਕੜ ਕਲਾਂ ਵਿੱਚ ਭਗਤ ਸਿੰਘ ਦਾ ਇਹ ਜੱਦੀ ਘਰ ਦੇਸ਼ ਭਗਤੀ ਦਾ ਚੇਤਾ ਕਰਾਉਂਦਾ ਹੈ। ਸ਼ਹੀਦ ਭਗਤ ਸਿੰਘ ਦੇ ਇਸ ਜੱਦੀ ਘਰ ਵਿੱਚ ਇਹਦੇ ਕਣ-ਕਣ, ਇਹਦੇ ਕੋਨੇ-ਕੋਨੇ 'ਚ ਦੇਸ਼ ਭਗਤੀ ਦਾ ਵਾਸਾ ਹੈ। ਉਧਰ ਸ਼ਾਦਮਾਨ ਚੌਕ ਵਿੱਚ ਭਗਤ ਸਿੰਘ ਦਾ ਬੁੱਤ ਲਾਉਣ ਦੀ ਖੁਆਹਿਸ਼ ਦਿਲ ਮਿਲਾਉਂਦੀ ਹੈ। ਤੇ ਇਧਰ ਹਰ ਵਰੇ ਭਗਤ ਸਿੰਘ ਦੇ ਜਨਮ ਦਿਹਾੜੇ 28 ਸਤੰਬਰ ਭਗਤ ਸਿੰਘ ਦੇ ਬੁੱਤਾਂ ਉੱਤੇ ਫੁੱਲਾਂ ਦੇ ਹਾਰ ਪਾਉਣ ਦਾ ਚਾਅ ਸਿਰ ਚੜ੍ਹ ਕੇ ਬੋਲਦਾ ਹੈ। ਭਗਤ ਸਿੰਘ ਇੱਕ ਰੰਗਾ ਹੈ, ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਦੁੱਲਾ, ਆਪਣੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਵਿੱਚੋਂ ਕੱਢ ਕੇ ਆਜ਼ਾਦੀ ਦੇ ਸਾਹ ਦਿਵਾਉਣ ਲਈ ਸੰਘਰਸ਼ਸ਼ੀਲ ਯੋਧਾ, ਜੋ ਦੇਸ਼ ਭਗਤੀ ਦਾ ਸਿਰਨਾਮਾ ਬਣਿਆ।